ਜਰਮਨੀ ਵਿੱਚ ਅਕਤੂਬਰ ਮਹੀਨੇ 'ਚ ਇੱਕ ਅੰਤਰਰਾਸ਼ਟਰੀ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ ਭਾਰਤ ਦੇ 2 ਜਣੇ ਸ਼ਾਮਲ ਹੋਣ ਜਾ ਰਹੇ ਹਨ। ਇਨ੍ਹਾਂ ਦੋਵਾਂ 'ਚੋਂ ਇੱਕ ਬਰਨਾਲਾ ਦਾ ਰਹਿਣ ਵਾਲਾ ਨਿਖਿਲ ਹੈ। ਉਸ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿੱਚ ਉਤਸ਼ਾਹ ਦਿਖ ਰਿਹਾ ਹੈ, ਉੱਥੇ ਹੀ ਬਰਨਾਲਾ ਵਿੱਚ ਵੀ ਬੇਹੱਦ ਖੁਸ਼ੀ ਦਾ ਮਾਹੌਲ ਹੈ। ਜਰਮਨੀ ਦੇਸ਼ ਦੇ ਸ਼ਹਿਰ ਜ਼ੁਰੀਚ ਵਿੱਚ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਅੰਤਰਰਾਸ਼ਟਰੀ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ ਬਰਨਾਲਾ ਦੇ ਇੱਕ ਮਜ਼ਦੂਰ ਘਰ ਦੇ ਲੜਕੇ ਦੀ ਚੋਣ ਹੋਈ ਹੈ। ਪਲੰਬਰ ਦਾ ਕੰਮ ਕਰਦੇ ਕ੍ਰਿਸ਼ਨ ਕੁਮਾਰ ਦੇ ਪੁੱਤਰ ਨਿਖਿਲ ਦੀ ਇਸ ਅੰਤਰਰਾਸ਼ਟਰੀ ਪੱਧਰ ਦੀ ਸਾਇੰਸ ਕਾਨਫਰੰਸ 'ਚ ਚੋਣ ਹੋਈ ਹੈ। ਪੂਰੇ ਭਾਰਤ ਵਿੱਚ ਇਸ ਕਾਨਫਰੰਸ ਵਿੱਚ ਸਿਰਫ 2 ਵਿਅਕਤੀ ਹੀ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਨਿਖਿਲ ਹੈ। ਨਿਖਿਲ ਦੀ ਇਸ ਪ੍ਰਾਪਤੀ ਤੇ ਉਸ ਦੇ ਪਰਿਵਾਰ ਅਤੇ ਉਸ ਦੇ ਕਾਲਜ ਸਟਾਫ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਨਿਖਿਲ ਆਰਥਿਕ ਪੱਖ ਤੋਂ ਇੰਨਾ ਕਮਜ਼ੋਰ ਹੈ ਕਿ ਉਹ ਜਰਮਨੀ ਜਾਣ ਲਈ ਜਹਾਜ਼ ਦੀ ਟਿਕਟ ਤੱਕ ਨਹੀਂ ਖਰੀਦ ਸਕਦਾ, ਜਿਸ ਕਰਕੇ ਉਸ ਦਾ ਇਹ ਖਰਚਾ ਉਸਦੇ ਐਸਡੀ ਕਾਲਜ ਬਰਨਾਲਾ ਦੀ ਮੈਨੇਜਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਨਿਖਿਲ ਦੇ ਪਰਿਵਾਰ ਦੇ ਹਾਲਾਤ ਇਹ ਹਨ ਕਿ ਉਸਦੇ ਮਾਤਾ-ਪਿਤਾ ਉਸਨੂੰ 12ਵੀਂ ਕਲਾਸ ਤੋਂ ਬਾਅਦ ਪੜ੍ਹਾਉਣ ਤੋਂ ਵੀ ਅਸਮਰਥ ਸਨ, ਪਰ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਨਿਖਿਲ ਨੇ ਦੱਸਿਆ ਕਿ ਉਸਨੇ ਐਸਡੀ ਕਾਲਜ ਬਰਨਾਲਾ ਤੋਂ BSc ਨਾਨ ਮੈਡੀਕਲ ਕੀਤੀ ਹੈ। ਜਰਮਨੀ ਦੇ ਜ਼ੁਰੀਚ ਰਿਸਰਚ ਸੈਂਟਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ ਮੇਰੀ ਚੋਣ ਹੋਈ ਹੈ। ਉਹਨਾਂ ਦੱਸਿਆ ਕਿ ਇਸ ਰਿਸਰਚ ਸੈਂਟਰ ਦੇ ਵਿਗਿਆਨੀਆਂ ਨੂੰ ਪਿਛਲੇ ਸਾਲ ਦੌਰਾਨ ਨੋਬਲ ਪੁਰਸਕਾਰ ਵੀ ਮਿਲ ਚੁੱਕੇ ਸਨ। ਇਸ ਰਿਸਰਚ ਸੈਂਟਰ ਵਿੱਚ ਹਰ ਸਾਲ ਇੱਕ ਸਾਇੰਸ ਕਾਨਫਰੰਸ ਹੁੰਦੀ ਹੈ, ਜਿਸ ਵਿੱਚ ਦੁਨੀਆ ਭਰ ਤੋਂ ਸਾਇੰਸ ਦੇ ਪ੍ਰੋਫੈਸਰ ਆਉਂਦੇ ਹਨ। ਮੇਰਾ ਨਾਮ ਨਿਖਿਲ ਕੁਮਾਰ ਹੈ ਤੇ ਮੈਂ BSc ਨਾਨ ਮੈਡੀਕਲ ਕੀਤੀ ਹੈ SD ਕਾਲਜ ਬਰਨਾਲਾ ਤੋਂ ਹੁਣੇ ਰੀਸੈਂਟਲੀ। ਤੇ ਮੈਂ ਜਰਮਨੀ ਦੇ ਵਿੱਚ ਇੱਕ ਇੰਟਰਨੈਸ਼ਨਲ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ। ਜ਼ੁਰੀਚ ਦੇ ਵਿੱਚ ਰਿਸਰਚ ਸੈਂਟਰ ਹੈ ਬਹੁਤ ਫੇਮਸ, ਤੇ ਉੱਥੇ ਜੋ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ, ਇਹਦੇ ਵਿੱਚ ਇੰਡੀਆ ਦੇ ਵਿੱਚੋਂ 2 ਜਣੇ ਸਿਲੈਕਟ ਹੋਏ ਹੈ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਉਹਦੇ ਵਿੱਚ ਸਿਲੈਕਸ਼ਨ ਹੋਈ। ਐਜ਼ ਐਨ ਅੰਡਰ ਗ੍ਰੈਜੂਏਟ ਸਟੂਡੈਂਟ ਮੈਂ ਇਕੱਲਾ ਇੱਕ ਅੰਡਰ ਗ੍ਰੈਜੂਏਟ ਸਟੂਡੈਂਟ ਹੈ, ਬਾਕੀ ਸਾਰੇ ਉੱਥੇ ਸਾਇੰਟਿਸਟ ਜਾਂ ਪ੍ਰੋਫੈਸਰਸ ਜੋ ਸਿਲੈਕਟ ਹੋਏ ਨੇ। ਤਾਂ ਇਹ ਬਹੁਤ ਮੈਨੂੰ ਖੁਸ਼ੀ ਵਾਲੀ ਗੱਲ ਲੱਗ ਰਹੀ ਹੈ। ਇਹ ਜਿਹੜੀ ਕਾਨਫਰੰਸ ਹੈ ਇਹ ਜ਼ੁਰੀਚ ਰਿਸਰਚ ਸੈਂਟਰ ਹੈ ਜਰਮਨੀ ਦੇ ਵਿੱਚ, ਜੋ ਕਿ ਜਿੱਥੋਂ ਦੇ ਸਾਇੰਟਿਸਟ ਨੂੰ 2016 ਦੇ ਵਿੱਚ ਨੋਬਲ ਪ੍ਰਾਈਜ਼ ਮਿਲ ਚੁੱਕਿਆ ਹੈ ਫਿਜ਼ਿਕਸ ਦੇ ਫੀਲਡ ਦੇ ਵਿੱਚ। ਤੇ ਇਹ ਹਰ ਸਾਲ ਇਹ ਇਵੈਂਟ ਆਰਗੇਨਾਈਜ਼ ਕਰਵਾਉਂਦਾ ਹੈਗਾ। ਤੇ ਇਹ ਕਾਨਫਰੰਸ ਤੇ ਲਗਭਗ ਹਰ ਸਾਲ ਪੂਰੇ ਦੁਨੀਆ ਦੇ ਵਿੱਚੋਂ ਲਗਭਗ 50 ਪਾਰਟਿਸਪੈਂਟਸ ਇਸ ਦੇ ਵਿੱਚ ਸਿਲੈਕਟ ਹੁੰਦੇ ਨੇ, ਤੇ ਇੰਡੀਆ ਦੇ ਵਿੱਚੋਂ ਇਸ ਸਾਲ 2 ਸਿਲੈਕਟ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਮੈਂ। ਇਹਦੇ ਵਿੱਚ ਇਹ ਬੇਸਿਕਲੀ ਫਿਜ਼ਿਕਸ ਨਾਲ ਰਿਲੇਟਡ ਕਾਨਫਰੰਸ ਹੈ। ਇਹਦੇ ਵਿੱਚ ਮੇਰਾ ਜਿਹੜਾ ਟੌਪਿਕ ਹੈ ਉਹ ਲੈਂਥੇਨਮ ਟੈਲੋਰਾਈਡ ਦੀ ਪ੍ਰੋਪਰਟੀਜ਼ ਦੀ, ਜਿਹੜੇ ਸਟਰਕਚਰਲ ਫੇਸ ਟ੍ਰਾਂਜੀਸ਼ਨਲ ਤੇ ਮੈਗਨੈਟਿਕ ਪ੍ਰੋਪਰਟੀਜ਼ ਹੁੰਦੀਆਂ ਨੇ, ਉਹ ਡਿਸਕਸ ਕਰਨੀਆਂ ਨੇ। ਮੈਂ ਜਿਹੜਾ ਰਿਸਰਚ ਵਰਕ ਕੀਤਾ ਹੈਗਾ 1.5 ਸਾਲ ਦੇ ਵਿੱਚ, ਤੇ ਮੈਂ ਉਹ ਰਿਸਰਚ ਪੇਪਰ ਆਪਣਾ ਉੱਥੇ ਪ੍ਰੈਜ਼ੈਂਟ ਕਰੂੰਗਾ ਜਾ ਕੇ। ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਇੱਦਾਂ ਦੀ ਕੋਈ ਵੀ ਐਕਟੀਵਿਟੀ ਹੈ, ਪਹਿਲਾਂ ਵੀ ਮੈਂ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਵੀ ਮੈਂ ਪਾਰਟਿਸਿਪੇਟ ਕੀਤਾ ਸਾਇੰਸ ਕਾਨਫਰੰਸ ਦੇ ਵਿੱਚ, ਪਰ ਉਹ ਇੰਡੀਆ ਦੇ ਵਿੱਚ ਸੀਗੀ ਤੇ ਨੈਸ਼ਨਲ ਦੇ ਵਿੱਚ ਵੀ। ਤੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਮੈਨੂੰ ਬੇਸਿਕਲੀ ਸਭ ਤੋਂ ਪਹਿਲਾਂ ਸਾਡੇ ਪ੍ਰੋਫੈਸਰ ਡਾਕਟਰ ਸੰਜੇ ਕੁਮਾਰ ਸਿੰਘ, ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਅੱਜ ਤੱਕ ਉਹ ਮੈਨੂੰ ਗਾਈਡ ਕਰਦੇ ਆ ਰਹੇ ਨੇ। ਉਹਨਾਂ ਦੀ ਮੋਟੀਵੇਸ਼ਨ ਥਰੂ ਹੀ ਮੈਂ ਜਦੋਂ ਵੀ ਕੋਈ ਇਹੋ ਜਿਹਾ ਇਵੈਂਟ ਹੁੰਦਾ ਤਾਂ ਮੈਂ ਰਿਸਰਚ ਕਰਦਾ ਪੂਰੀ ਕਿ ਕਿੱਥੇ ਹੋ ਰਿਹਾ, ਕਿਹੜਾ ਇਵੈਂਟ ਹੋ ਰਿਹਾ, ਕਿਹਦੇ ਵਿੱਚ ਅਪਲਾਈ ਕਰ ਸਕਦਾ। ਮੈਂ ਹਰ ਕਿਤੇ ਅਪਲਾਈ ਕਰਦਾ। ਇਹ ਵੀ ਮੈਂ ਵੈਸੇ ਅਪਲਾਈ ਕਰਤਾ ਸੀਗਾ ਕਿ ਮੈਂ ਵੀ ਐਲੀਜੀਬਲ ਪ੍ਰੋਪਰ ਨਹੀਂ ਸੀ, ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਪ੍ਰੋਪਰ ਐਲੀਜੀਬਲ ਹਾਂ, ਕਿਉਂਕਿ ਉਹਨਾਂ ਨੇ ਕਿਹਾ ਹੋਇਆ ਸੀ ਕਿ PhD ਸਕੋਲਰ ਹੀ ਅਪਲਾਈ ਕਰ ਸਕਦੇ ਨੇ। ਪਰ ਮੇਰੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਬਰਾਬਰ ਮੈਨੂੰ ਸਮਝਿਆ ਤੇ ਮੈਨੂੰ ਸਿਲੈਕਟ ਕੀਤਾ। ਮੈਂ ਆਨਲਾਈਨ ਜਿਹੜਾ ਸਰਚ ਕਰਦਾ ਰਹਿਣਾ ਕਿ ਕਿੱਥੇ ਕਾਨਫਰੰਸ ਹੈ, ਤੇ ਉਹਦੇ ਵਿੱਚ ਅਪਲਾਈ ਕਰੋ। ਆਪਣਾ ਪਹਿਲੀ ਗੱਲ CV ਸਟਰੋਂਗ ਹੋਣਾ ਚਾਹੀਦਾ, ਤੇ ਸਭ ਤੋਂ ਬੇਸਿਕ ਗੱਲ ਇਹਦੇ ਵਿੱਚ ਕਿ CV ਆਪਣਾ, ਕਿ ਕਦੇ ਵੀ ਐਵੇਂ ਨਹੀਂ ਕਿ ਆਪਣੇ ਇਕੱਲੇ ਕਲਾਸਿਸ ਲਗਾ ਲੀਆਂ ਉਹਦੇ ਨਾਲ ਕੀ ਹੈ, ਇਕੱਲੀ ਡਿਗਰੀ ਹੁੰਦੀ ਆਪਣੇ ਕੋਲ। ਤੇ ਐਕਸਟਰਾ ਕਰਿਕੂਲਮ ਐਕਟੀਵਿਟੀ CV ਦੇ ਵਿੱਚ ਸਾਰੇ ਦੇਖਦੇ ਨੇ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਕਿਹੜੇ। ਕੋਈ ਵੀ ਕਾਲਜ ਦੇ ਵਿੱਚ ਕੋਈ ਇਵੈਂਟ ਹੋ ਰਿਹਾ ਹੈਗਾ, NSS ਦਾ ਹੋਵੇ, ਭਾਵੇਂ ਸਾਇੰਸ ਡਿਪਾਰਟਮੈਂਟ ਦਾ ਹੋਵੇ, ਭਾਵੇਂ ਕਿਸੇ ਡਿਪਾਰਟਮੈਂਟ ਦਾ, ਹਰ ਦੇ ਵਿੱਚ ਪਾਰਟਿਸਿਪੇਟ ਕਰਨਾ ਜ਼ਰੂਰੀ ਹੈ। ਤੇ ਉਹਦੇ ਨਾਲ CV ਸਟਰੋਂਗ ਹੁੰਦੀ ਹੈ। ਉੱਪਰੋਂ ਆਪਾਂ ਕੋਈ ਵੀ ਇਹੋ ਜਿਹੀ ਕਾਨਫਰੰਸ ਹੋਈ ਆ ਸਾਇੰਸ ਨਾਲ ਰਿਲੇਟਡ ਕੋਈ ਵੀ ਇਵੈਂਟ ਹੈ, ਉਹਦੇ ਵਿੱਚ ਪਾਰਟਿਸਿਪੇਟ ਕਰਦੇ ਹਾਂ ਤਾਂ ਉਹਦਾ ਅਲੱਗ ਬੈਨੀਫਿਟ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹ ਸਿਲੈਕਸ਼ਨ ਐਲੀਜੀਬਲ ਹੁੰਦਾ ਬੰਦਾ ਉਹਦੇ ਵਾਸਤੇ ਅਚੀਵ ਕਰਨ ਵਾਸਤੇ ਤੇ ਸਿਲੈਕਟ ਹੋਣ ਵਾਸਤੇ। ਮੈਂ ਅਪਲਾਈ ਕੀਤਾ ਸੀਗਾ ਅਪ੍ਰੈਲ ਦੇ ਵਿੱਚ,
ਤੇ ਲਗਭਗ ਜੂਨ ਦੇ ਵਿੱਚ ਮੈਨੂੰ ਉਹਨਾਂ ਦੀ ਈਮੇਲ ਆ ਗਈ ਕਿ ਤੁਸੀਂ ਇਸ ਕਾਨਫਰੰਸ ਦੇ ਵਿੱਚ ਸਿਲੈਕਟ ਹੋ ਗਏ ਹੋ ਤੇ ਤੁਹਾਡੀ ਅਕੋਮੋਡੇਸ਼ਨ ਦਾ ਸਾਰਾ ਖਰਚਾ ਅਸੀਂ ਖੁਦ ਕਰਾਂਗੇ। ਪਰੰਤੂ ਮੇਨ ਗੱਲ ਅਕੋਮੋਡੇਸ਼ਨ ਤਾਂ ਠੀਕ ਹੈ ਉਹਨਾਂ ਨੇ ਕਰ ਦਿੱਤੀ, ਪਰ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੋ ਜਹਾਜ਼ ਦਾ ਆਉਣ ਜਾਣ ਦਾ ਖਰਚਾ ਸੀਗਾ ਉਹ ਬਹੁਤ ਜ਼ਿਆਦਾ ਪੈ ਰਿਹਾ ਸੀ, ਲਗਭਗ 70,000 ਦੇ ਲਗਭਗ ਜਹਾਜ਼ ਦੀ ਟਿਕਟ। ਪਰ ਮੈਂ ਫਾਈਨੈਂਸ਼ੀਅਲੀ ਇੰਨਾ ਉਹ ਨਹੀਂ ਹੈਗਾ ਸਾਊਂਡ ਤਾਂ ਕਿ ਮੈਂ ਇਸ ਨੂੰ ਬੀਅਰ ਕਰ ਸਕਾਂ ਖਰਚੇ ਨੂੰ। ਤਾਂ ਮੈਂ ਇੱਕ ਵਾਰ ਤਾਂ ਹੋਪ ਛੱਡ ਚੁੱਕਿਆ ਸੀਗਾ ਕਿ ਮੈਂ ਨਹੀਂ ਕਰ ਸਕਦਾ, ਪਰ ਫਿਰ ਵੀ ਮੇਰੇ ਸਰ ਨੇ ਮੈਨੂੰ ਗਾਈਡ ਕੀਤਾ ਕਿ ਅਸੀਂ ਕੀ ਆਪਸ਼ਨਸ ਨੇ ਸਾਡੇ ਕੋਲ, ਕਿੱਥੇ ਅਸੀਂ ਅਪਲਾਈ ਕਰ ਸਕਦੇ ਗ੍ਰਾਂਟ ਵਾਸਤੇ। ਮੈਂ ਸੈਂਟਰ ਗੌਰਮੈਂਟ ਨੂੰ ਵੀ ਅਪਲਾਈ ਕੀਤਾ, ਕਾफ़ੀ ਥਾਵਾਂ 'ਤੇ ਗ੍ਰਾਂਟ ਲਈ ਮੈਂ ਅਪਲਾਈ ਕੀਤਾ, ਪਰ ਉਹਦੇ ਵਿੱਚ ਐਲੀਜੀਬਲ ਉਹ ਭਾਲਦੇ ਨੇ ਕਿ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ, ਘੱਟੋ ਘੱਟ ਤੁਹਾਡੇ ਕੋਲ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੋਣਾ ਚਾਹੀਦਾ, ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਗ੍ਰਾਂਟ ਵਾਸਤੇ। ਪਰ ਉਸ ਟਾਈਮ ਮੇਰੇ ਕੋਲ ਹਜੇ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੈ ਨਹੀਂ ਸੀ, ਇਸ ਲਈ ਉੱਧਰੋਂ ਮੈਂ ਰਿਜੈਕਟ ਹੋ ਗਿਆ। ਫਿਰ ਮੈਂ ਐਪਲੀਕੇਸ਼ਨ ਦਿੱਤੀ ਸਾਡੇ ਕਾਲਜ ਦੇ ਵਿੱਚ ਪ੍ਰਿੰਸੀਪਲ ਮੈਮ ਨੂੰ, ਤੇ ਪ੍ਰਿੰਸੀਪਲ ਮੈਮ ਨੇ ਅੱਗੇ ਮੈਨੇਜਮੈਂਟ ਨੂੰ ਫੋਰਵਰਡ ਕੀਤੀ। ਤੇ ਮੈਂ ਮੈਨੇਜਮੈਂਟ ਦਾ ਤੇ ਆਪਣੇ ਸਾਰੇ ਟੀਚਰਸ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਕਾਲਜ ਮੈਨੇਜਮੈਂਟ ਨੇ ਮੈਨੂੰ 40,000 ਰੁਪਏ ਸਪੋਰਟ ਕੀਤੀ, ਤੇ ਬਾਕੀ ਜੋ ਖਰਚਾ ਬਾਕੀ ਦਾ ਆ ਉਹ ਸਾਰੇ ਟੀਚਰਸ ਨੇ ਆਪਸ ਦੇ ਵਿੱਚ ਕੰਟਰੀਬਿਊਟ ਕਰਕੇ ਮੇਰੇ ਟਿਕਟ ਦਾ ਜਿਹੜਾ ਖਰਚਾ ਹੈਗਾ ਉਹ ਸਾਰਾ ਇਕੱਠਾ ਕੀਤਾ। ਇਸ ਲਈ ਮੈਂ ਉਹਨਾਂ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਜੋ ਮੇਰੇ ਟੀਚਰਾਂ ਨੇ ਮੇਰੇ ਲਈ ਕੀਤਾ। ਇਹ ਜਿਹੜੀ ਕਾਨਫਰੰਸ ਹੈ ਇਹ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਹੈ, ਤੇ ਇੱਥੇ ਸਾਡੀ ਜਿਹੜੀ ਅਕੋਮੋਡੇਸ਼ਨ ਹੈ ਉਹਨਾਂ ਨੇ ਹੋਸਟਲ ਦੇ ਵਿੱਚ ਬੁੱਕ ਕੀਤੀ ਹੋਈ ਹੈ, ਉਹ 3 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਹੈ। ਤਾਂ ਮੈਂ ਇੱਥੋਂ 2 ਤਰੀਕ ਨੂੰ ਫਲਾਈਟ ਤੇ ਥਰੂ ਜਾਊਂਗਾ ਤੇ 3 ਨੂੰ ਉੱਥੇ ਹੋਸਟਲ ਜਿੱਥੇ ਉਹਨਾਂ ਨੇ ਬੁਕਿੰਗ ਕੀਤੀ ਹੋਈ ਹੈ ਮੈਂ ਉੱਥੇ ਪਹੁੰਚ ਜਾਊਂਗਾ। ਇਹ ਕਰਕੇ ਜਿਹੜਾ ਟਾਈਮ ਪੀਰੀਅਡ ਹੈ ਉਹ ਇਫੈਕਟ ਹੈ। ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ। ਪਰਿਵਾਰ ਦਾ ਮਾਹੌਲ ਬਹੁਤ ਖੁਸ਼ ਤਬੀਅਤ ਸੀ ਸਰ, ਵੀ ਬੱਚਾ ਸਾਡਾ ਜਾ ਰਿਹਾ ਹੈ, ਸਾਡੇ ਸੁਪਨਿਆਂ ਤੋਂ ਉੱਪਰ ਦੀ ਗੱਲ ਹੈ ਸਰ, ਕਿਉਂਕਿ ਬਹੁਤ ਮਾਣ ਫਖਰ ਹੋ ਰਿਹਾ ਸਾਨੂੰ ਵੀ ਇੰਡੀਆ ਦੇ ਵਿੱਚੋਂ ਸਿਰਫ 2 ਬੱਚੇ ਹੀ ਜਾ ਰਹੇ ਨੇ, ਅਤੇ ਇਸ ਲਈ ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਦਿੱਕਤ ਸਭ ਤੋਂ ਵੱਡੀ ਤਾਂ ਫਾਈਨੈਂਸ਼ੀਅਲੀ ਦਿੱਕਤ ਸਾਨੂੰ ਰਹੀ ਹੈ ਜੀ, ਬਿਲਕੁਲ ਜੀ। ਜੋ ਬੱਚੇ ਦੀ ਟਿਕਟ ਦੇ ਪੈਸੇ ਸੀ ਉਹ ਵੀ ਅਸੀਂ ਨਹੀਂ ਪ੍ਰੋਵਾਈਡ ਕਰਵਾ ਪਾਏ, ਉਹ ਵੀ ਮੈਨੇਜਮੈਂਟ ਨੇ ਜਾਂ ਟੀਚਰਾਂ ਨੇ ਇਹਨਾਂ ਸਹਿਯੋਗ ਨਾਲ ਜਾ ਰਿਹਾ ਬੱਚਾ। ਉਸ ਲਈ ਮੈਂ ਉਹਨਾਂ ਮੈਨੇਜਮੈਂਟ ਟੀਮ ਦਾ ਅਤੇ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੈਂ ਪਲੰਬਰ ਦਾ ਕੰਮ ਕਰਦਾ ਸਰ, ਔਰ ਘਰ ਦੇ ਹਾਲਾਤ ਇਹ ਹੈ ਵੀ ਥੋੜ੍ਹੀ ਜਿਹੀ ਬਿਮਾਰੀ ਸਾਡੇ ਜ਼ਿਆਦਾ ਰਹਿੰਦੀ ਹੈ, ਘਰ ਮੈਡਮ ਵੀ ਬਿਮਾਰ ਰਹਿੰਦੇ, ਮੈਂ ਵੀ ਰਹਿੰਦਾ, ਇਸ ਕਰਕੇ ਫਾਈਨੈਂਸ਼ੀਅਲੀ ਦਿੱਕਤ ਸਾਨੂੰ ਜ਼ਿਆਦਾ ਰਹਿੰਦੀ ਹੈ, ਕਿਉਂਕਿ ਪ੍ਰੋਪਰ ਵਰਕ ਵੀ ਨਹੀਂ ਕਰ ਪਾ ਰਿਹਾ ਮੈਂ ਇਸ ਕਰਕੇ। ਤਾਂ ਕਰਕੇ ਸਾਨੂੰ ਫਾਈਨੈਂਸ਼ੀਅਲੀ ਦਿੱਕਤ ਹੋਣ ਕਰਕੇ ਵੀ ਪ੍ਰੋਬਲਮ ਹੁੰਦੀ ਹੈ, ਔਰ ਮਕਾਨ ਵੀ ਕਿਰਾਏ ਦਾ ਹੈ ਸਾਡਾ ਜੀ, ਸਭ ਕੁਛ ਰੈਂਟ ਦਾ ਹੀ ਹੈ ਸਾਡਾ ਚੱਲ ਰਿਹਾ ਜੋ ਸਿਸਟਮ ਹੈ ਜੀ। ਮਹਿੰਗਾਈ ਕਰਕੇ ਵੀ ਦਿੱਕਤ ਹੈ, ਪ੍ਰੋਪਰ ਵਰਕ ਨਾ ਹੋਣ ਕਰਕੇ ਦਿੱਕਤ ਜ਼ਿਆਦਾ ਆ ਰਹੀ ਹੈ। ਬਸ ਕੁਛ ਸਰ ਇਹ ਖੁਦ ਟਿਊਸ਼ਨਾਂ ਕਰ ਰਿਹਾ ਬੱਚਾ, ਆਪਣੀ ਪੜ੍ਹਾਈ ਦਾ ਖਰਚਾ ਥੋੜ੍ਹਾ ਬਹੁਤ ਕੱਢ ਰਿਹਾ ਹੈ, ਕੁਛ ਸਹਿਯੋਗ ਜਿੰਨਾ ਸਾਡੇ ਵੱਲੋਂ ਹੁੰਦਾ ਉਹਨਾਂ ਅਸੀਂ ਕਰਦੇ ਹਾਂ, ਕੁਛ ਮੈਨੇਜਮੈਂਟ ਵੀ ਸਾਥ ਦੇ ਰਹੀ ਹੈ ਬੱਚੇ ਦਾ। ਨਹੀਂ ਸਰ, ਇਹਦੇ ਬਾਰੇ ਤਾਂ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਐਡੀ ਉਪਲਬਧੀ ਬੱਚਾ ਪ੍ਰਾਪਤ ਕਰੇ, ਐਡੇ ਵੱਡੇ ਪ੍ਰੋਫੈਸਰਾਂ ਨਾਲ ਜਾ ਕੇ ਕਾਨਫਰੰਸ ਕਰੇਗਾ। ਸਾਨੂੰ ਸਿਰਫ ਇਹ ਸੀ ਬੱਚਾ ਪੜ੍ਹ ਲਿਖ ਜਾਏ, ਚਲੋ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਏਗਾ, ਸਾਨੂੰ ਸਿਰਫ ਇੰਨਾ ਸੀ ਸਰ। ਔਰ ਇਸ ਕਰਕੇ ਖੁਸ਼ੀ ਸਾਡੇ ਤੋਂ ਬਰਦਾਸ਼ਤ ਵੀ ਨਹੀਂ ਹੋ ਰਹੀ, ਇੰਨੀ ਜ਼ਿਆਦਾ ਹੈ ਕਿ ਵੀ ਬਿਆਨ ਵੀ ਨਹੀਂ ਕਰ ਪਾ ਰਿਹਾ ਮੈਂ ਜੀ। ਮੁਕਾਮ 'ਤੇ ਸਰ ਬੱਚਾ ਜਿੰਨੀਆਂ ਵੱਧ ਤੋਂ ਵੱਧ ਬੁਲੰਦੀਆਂ ਹਾਸਿਲ ਕਰੇ, ਸਾਨੂੰ ਮਾਂ ਪਿਓ ਨੂੰ ਫਖਰ ਮਹਿਸੂਸ ਹੁੰਦਾ, ਪਰ ਉਹਦੇ ਨਾਲ ਇਹਦੇ ਟੀਚਰਾਂ ਦਾ ਸਹਿਯੋਗ ਜੋ ਰਿਹਾ ਉਹਦੇ ਲਈ ਮੈਂ ਬਾਰ-ਬਾਰ ਉਹਨਾਂ ਨੂੰ ਧੰਨਵਾਦ ਕਰੂੰਗਾ ਸਰ, ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਨਾ ਬੱਚਾ ਕੁਛ ਕਰ ਸਕਦਾ, ਨਾ ਅਸੀਂ ਕੁਛ ਕਰ ਸਕਦੇ ਸੀ। ਸਰ ਮੁਕਾਮ ਬਾਰੇ ਅਸੀਂ ਕੁਛ ਨਹੀਂ ਸੋਚਿਆ, ਜੋ ਬੱਚਾ ਕਰ ਰਿਹਾ ਉਹ ਬਹੁਤ ਅੱਛਾ ਕਰ ਰਿਹਾ, ਜੋ ਭਗਵਾਨ ਦੇ ਕਿਰਪਾ ਨਾਲ ਜੋ ਹੋ ਰਿਹਾ ਉਹ ਸਾਡੀ ਸੋਚ ਤੋਂ ਪਰੇ ਹੋ ਰਿਹਾ, ਜੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਉਹ ਹੋ ਰਿਹਾ, ਅਤੇ ਅੱਗੇ ਅਸੀਂ ਇਸ ਤੋਂ ਅੱਗੇ ਕੀ ਉਮੀਦ ਲਾ ਸਕਦੇ ਹਾਂ ਵੀ ਜੋ ਅਸੀਂ ਬੱਚੇ ਨੂੰ ਉੱਥੇ ਪਹੁੰਚਾ ਸਕਦੇ ਹਾਂ, ਕਿਉਂਕਿ ਸਾਡਾ ਖੁਦ ਦਾ ਕੋਈ ਜ਼ਿਆਦਾ ਉਹ ਨਹੀਂ ਹੈ, ਸਾਡੇ ਕੋਲ ਕਰ ਪਾਉਣ ਦੇ ਲਈ ਸਮਰੱਥ ਨਹੀਂ ਹਾਂ ਅਸੀਂ। ਤਾਂ ਕਰਕੇ ਅਸੀਂ ਬਸ ਬੱਚੇ ਨੂੰ ਜਿੰਨਾ ਹੋ ਸਕਦਾ ਉਹਨਾਂ ਅਸੀਂ ਸਪੋਰਟ ਕਰ ਸਕਦੇ ਹਾਂ ਵੀ ਬੇਟਾ ਤੂੰ ਕਰ ਸਕਦਾ ਤਾਂ ਕਰ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਬੱਚਾ ਖੁਦ ਵੀ ਟਿਊਸ਼ਨ ਕਰ ਰਿਹਾ, ਉਹਦੇ ਨਾਲ ਆਪਣਾ ਖਰਚਾ ਵੀ ਚਲਾ ਰਿਹਾ, ਬਸ ਚੱਲ ਰਿਹਾ ਪ੍ਰਭੂ ਸਾਹਿਬ। ਹੋਰ ਤਾਂ ਮੇਰੀਆਂ ਸ਼ੁਭਕਾਮਨਾਵਾਂ ਹੀ ਨੇ ਜੀ, ਹੋਰ ਤਾਂ ਮੈਂ ਕੀ ਕਹਿ ਸਕਦਾ, ਕਿਉਂਕਿ ਮੇਰੀ ਸਮਝ ਤੋਂ ਪਰੇ ਦੀਆਂ ਗੱਲਾਂ ਨੇ, ਮੇਰੇ ਪਹੁੰਚ ਤੋਂ ਪਰੇ ਦੀਆਂ ਗੱਲਾਂ ਨੇ ਜੋ ਇਹ ਬੱਚਾ ਪਹੁੰਚਿਆ ਇਸ ਮੁਕਾਮ 'ਤੇ। ਇਹਦੀ ਖੁਦ ਦੀ ਮਿਹਨਤ ਹੈ ਬੱਚੇ ਦੀ, ਪੜ੍ਹਾਈ ਦੇ ਤੌਰ 'ਤੇ ਬਾਹਰ ਅੰਦਰ ਗੱਲਬਾਤ ਕਰਨ ਦਾ ਜੋ ਤਰੀਕਾ ਬੱਚੇ ਦਾ, ਉਹ ਇਹਦੀ ਖੁਦ ਦੀ ਮਿਹਨਤ ਹੈ ਜਾਂ ਟੀਚਰਾਂ ਦਾ ਸਹਿਯੋਗ ਹੈ। ਮੇਰੇ ਮਨ ਦਾ, ਮੈਂ ਇਹੀ ਕਹਿ ਰਿਹਾ, ਮੇਰੇ ਮਨ ਦਾ ਸੋਚਿਆ ਨਾ ਤਾਂ ਪਹਿਲਾਂ ਕੁਛ ਹੋਇਆ ਹੈ ਅਤੇ ਨਾ ਹੀ ਮੈਂ ਅੱਗੇ ਕੋਈ ਸੁਪਨਾ ਲੈ ਕੇ ਚੱਲਣਾ ਚਾਹੁੰਦਾ। ਇਹਦੀ ਕਿਸਮਤ ਜੋ ਹੈ, ਇਹ ਮਿਹਨਤ ਜੋ ਕਰ ਰਿਹਾ ਹੈ, ਬੁਲੰਦੀਆਂ ਨੂੰ ਹਾਸਿਲ ਕਰੇ, ਮੈਂ ਇੰਨਾ ਹੀ ਕਹਿਣਾ ਚਾਹੂੰਗਾ ਸਰ। ਕਿ ਨਹੀਂ ਸੀ ਸੋਚ ਪਾ ਰਹੇ ਸੀ ਵੀ ਅਸੀਂ ਭੇਜ ਸਕਦੇ ਹਾਂ ਬੱਚੇ ਨੂੰ ਜੀ, ਹੁਣ ਜੋ ਬਿਨਾਂ ਸੋਚੇ ਜੋ ਇਹ ਹੋ ਰਿਹਾ ਕੰਮ, ਤਾਂ ਉਹਦੇ ਲਈ ਤਾਂ ਭਗਵਾਨ ਦਾ ਧੰਨਵਾਦ ਕਰ ਸਕਦੇ ਹਾਂ ਜੀ, ਵੀ ਅੱਗੇ ਬਣਾਉਣਾ ਕੀ ਹੈ ਉਹਨੇ,
ਕੁਛ ਨਹੀਂ ਬਣਾਉਣਾ। ਜੇ ਅੱਜ ਬਣਾ ਰਿਹਾ ਸਾਡੀ ਸੋਚ ਤੋਂ ਪਰੇ ਦੀ ਗੱਲਾਂ ਨੇ ਤਾਂ ਅੱਗੇ ਵੀ ਉਹੀ ਕਰਨਾ ਜੀ ਉਹਨੇ। ਨਹੀਂ ਇੱਦਾਂ ਤਾਂ ਥੋੜ੍ਹੀ ਬਹੁਤ ਗੱਲ ਕਰਦਾ ਰਹਿੰਦਾ ਵੀ ਚਲੋ ਇੰਟਰਸਟ ਮੇਰਾ ਤਾਂ ਇਹ ਵੀ ਬੱਚੇ ਨੂੰ ਜੋ ਚੀਜ਼ 'ਚ ਇੰਟਰਸਟ ਹੈ ਨਾ ਜੀ ਉਹ ਕਰੇ ਆਪਣਾ। ਅਗਰ ਤਾਂ ਸਾਇੰਸ 'ਚ ਹੈ ਸਾਇੰਸ 'ਚ ਕਰੇ, ਮੈਥ 'ਚ ਹੈ ਮੈਥ 'ਚ ਕਰੇ, ਜਿਹ 'ਚ ਵੀ ਹੈ ਕਰੇ, ਪਰ ਆਪਣਾ ਪੂਰਾ ਯੋਗਦਾਨ ਦੇਵੇ। 100 ਦਾ 100% ਲਗਾ ਦਿਓ ਉਹਦੇ ਵਿੱਚ ਜੀ। ਸੌਂਦਾ ਤਾਂ ਬਹੁਤ ਘੱਟ ਹੈ ਜੀ, 3-4 ਘੰਟੇ ਮਸਾਂ ਸੌਂਦਾ। ਰਾਤ ਨੂੰ 12 ਵਜੇ ਤੱਕ ਪੜ੍ਹਦੇ ਰਹਿੰਦੇ ਨੇ। ਸੁਬਾਹ ਤਕਰੀਬਨ 4-4:30 ਵਜੇ ਉੱਠ ਖੜ੍ਹਦੇ ਨੇ ਜੀ। फिर जॉगिंग वगैरह चले जाते हैं 10 मिनट आपका करके आके, फिर योगा वगैरह एक्सरसाइज क्लास करते हैं थोड़ा बहुत, फिर नहा धो के अपना कॉलेज का फिर हमने बहुत बड़ी खुशी हुई है इस बात के लिए। मेरा बेटा जर्मनी जा रहा है, हमको तो कोई उम्मीद भी नहीं थी भी हमारा बेटा इतना पढ़ लिख कर वहाँ पे चल जाएगा। हम तो ऐसे ही पढ़ा रहे थे कि अब तक पढ़ रहा है नहीं पढ़ रहा है जी। बहुत खुशी हुई जी हमको, लेकिन दसिया कि हमको मेरे को जर्मनी जाना मम्मी, तो हमने कहा भी हमारी तो इतनी गुंजाइश है नहीं, हम तो भेज नहीं सकते इसको। तो ये बोले मम्मी कोई ना, मैं अपना आप मेरा कर लूँगा। ट्यूशन पर जाकर अपना वो पढ़ाई भी करता था, ट्यूशन पर भी जाता था, सारे दिन पढ़ता भी था, पढ़ कर भी आता था। रात को भी सोता नहीं था, रात को भी 1 बजे सोता था पढ़ कर। बहुत पढ़ाई, बहुत मेहनत करी है इसने अपनी पढ़ाई के लिए। दिक्कत तो बहुत आ रही है जी, हम पढ़ा नहीं सकते। हम तो कह दिया था इसको भी हम नहीं पढ़ा सकते। इसका टीचर ने साथ दिया है, इसकी कॉलेज वाले ने साथ दिया है इसका। आपकी मेहनत करता है और पढ़ाई करता है। हाँ जी, खुशी हो रही है हमको भी, भाई हमारा बच्चा बाहर जा रहा है, इतनी वो मेहनत कर रहा है। हमने कभी सोची भी नहीं थी भाई ऐसे पढ़कर ऐसे बाहर चल जाएगा। ये ऐसे सपना तो बहुत है जी, पर हम पूरा कर नहीं सकते इसका। ये अपना आप कर रहा है, अपने पैरों पे खड़ा होकर, अपने स्कूल की कॉलेज के टीचरों का सहयोग के साथ कर रहा है। इसे सिलसिले दे विच जिवें कहा कि जिहड़ा इहदा रिसर्च पेपर पढ़न जाण वाला जिहड़ा सफ़र है, या अज जिस मुकाम ते ये पहुंचिया भी ये जाण वास्ते इहदी तैयारी मुकम्मल हो चुकी है, वो भी कोई सफ़र आसान नहीं सी। मैनू याद है जदों पहली बारी निखिल ने आके मेरे नाल ये गल कीती कि मैडम मैनू ये अपॉर्चुनिटी मिली है जिस दे विच इंडिया तो सिर्फ 2 ही व्यक्ति जिहड़े इस काम लई चुने गए ने, उन्हां विचों एक मैं हाँ ते एक कोई प्रोफैसर ने। तो मैं चाहना है कि मेरी इहदे विच अगर कॉलेज वालों कोई माली मदद की जाए तो मैं किसी भी तरह नाल इस अवसर नूं, इस मौके नूं मैं गवाना नहीं चाहता। मैं इस बच्चे नूं कहा कि तुसी मैनू अपने वल्लों एक अर्जी दिओ, तो मैं उस अर्जी के बिहाफ ते अपनी मानयोग मैनेजिंग कमेटी नाल जदों गल कीती तां जिवें कि मैं अक्सर ये गल कहंदी रही हाँ कि इस विषय च, इस संबंध च हर वो व्यक्ति बहुत खुशकिस्मत है जिहड़ा SC परिवार नाल जुड़िया होया है, क्योंकि साडे SC कॉलेज की मानयोग मैनेजिंग कमेटी ने पढ़ाई के खेत्र दे विच किसी भी विद्यार्थी नूं कोई भी औकड़ नहीं आण दित्ती अज तक। उस गल दा सब तो ताज़ा ते सब तो वड्डा सबूत ये है कि इस विद्यार्थी दी अर्जी दे उत्ते गौर करते हुए कुछ ही मिनटां दे विच ही मानयोग मैनेजिंग कमेटी ने फैसला सुना दिता कि असी इस विद्यार्थी की जिहड़ी है आर्थिक मदद करांगे। तो उन्होंने कॉलेज दे विचों इस विद्यार्थी नूं 40,000 रुपये जिहड़े इहदे मुताबक जिहड़े इहने साडे तो रिक्वेस्ट की सी सानू भी मेरी जो आन जान का खर्चा जिहड़ा कि मैनू चुकना पेगा, बाकी जिहड़ी उत्थे रहन वगैरह दा है वो जिहड़ी संबंधित इंस्टीट्यूशन जिहड़ा एक करवा रहा है रिसर्च पेपर जिथे प्रेजेंट करन जा रहा है, ਉਹਦੇ वास्ते इन्हां नूं उन्हां वल्लों इंश्योरेंस सीगी। लेकिन ਇਹਦੇ ਲਈ मेन ਜਿਹੜੀ ਸੀ मकसद ਇਹਦਾ ਸੀਗਾ भी मेरे आन जान वाला ਜਿਹੜਾ खर्चा है ਉਹਦੇ ਵਿੱਚ भी मेरे ਕੋਲ ਇੰਨੇ ਜਿਹੜੇ फाइनेंसिस नहीं है, सो ਉਹਦੇ वास्ते भी मेरी ਜਿਹੜੀ मदद की जाए। सो बहुत माण नाल, जिन्ने माण नाल मैं मानयोग मैनेजिंग कमेटी के मूहरे ਇਹਦੀ उस एप्लीकेशन का जिक्र किया, तो उन्होंने पूरा मान रखते हुए उस समय ही कुछ ही मिनटां विच इहदी उस अर्जी के उत्ते ना सिर्फ दस्तखत किए बल्कि खुले दिल नाल कहा भी तुसी इस बच्चे की जो मदद हो सकती है इसनूं देनी बनती है। तो उन्होंने नाल दी नाल ही इस बच्चे लिए 40,000 रुपया जिहड़ा कॉलेज के विद्यार्थी जिहड़े फंड है उहदे विचों उन्होंने
इस बच्चे ਲਈ ਮਾਲੀ ਇਮਦਾਦ ਦੇਣ ਦਾ ਐਲਾਨ ਕੀਤਾ। ਤੇ ਇੱਕ ਵਾਰ ਫਿਰ ਮੇਰੇ ਵੱਲੋਂ ਸਾਰੇ ਹੀ ਐਸਸੀ ਪਰਿਵਾਰ ਵੱਲੋਂ ਮਾਨਯੋਗ ਮੈਨੇਜਿੰਗ ਕਮੇਟੀ ਵੱਲੋਂ ਨਿਖਿਲ ਨੂੰ ਤੇ ਨਿਖਿਲ ਦੇ ਮੈਂਟਰ ਡਾਕਟਰ ਸੰਜੇ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਤੇ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਇਹ ਬੱਚਾ ਇਸੇ ਤਰ੍ਹਾਂ ਹੀ ਕਾਲਜ ਲਈ ਨਵੀਆਂ ਮਾਣਮੱਤੀਆਂ ਪ੍ਰਾਪਤੀਆਂ ਲੈ ਕੇ ਆਉਂਦਾ ਰਹੇਗਾ। मैं एक बहुत ही इम्पॉर्टेंट इन्फॉर्मेशन शेयर करना चाहूँगा आप लोगों से। मेरा स्टूडेंट मिस्टर निखिल कुमार जो कि बीएससी नॉन मेडिकल के स्टूडेंट हैं, जो हमारे कॉलेज से सेलेक्ट हुए हैं रिसर्च पेपर को प्रेजेंट करने के लिए, जो कि जर्मनी में है और जर्मनी में जाकर के ये रिसर्च पेपर प्रेजेंट करेंगे। तो मिस्टर निखिल मेरे साथ कम से कम 1-1.5 साल से एसोसिएटेड है, रिसर्च ओरिएंटेड है स्टूडेंट, और उनका इन फ्यूचर भी ऐसा कुछ प्लानिंग है कि रिसर्च में ही एसोसिएट रहना है। फ़िज़िक्स में एमएससी करना चाहते हैं, फ़िज़िक्स में पीएचडी करना चाह रहे हैं और इन फ्यूचर सोसाइटी को सर्व करना चाहते हैं फ़िज़िक्स के थ्रू, राइट। सो इसके लिए हमारे कॉलेज मैनेजमेंट ने, प्रिंसिपल मैम ने बहुत ही अप्रिशिएट किए हैं और फाइनेंशियली भी उनको सपोर्ट किए हैं। तो ये बेसिकली निखिल कुमार पिछले 1 साल से हाई प्रेशर फिजिक्स पे रिसर्च कर रहे हैं। हाई प्रेशर फिजिक्स इन द सेंस कि हाउ दैट सब्सटेंस चेंजेस देयर स्ट्रक्चर एट पार्टिकुलर प्रेशर, राइट। किसी पार्टिकुलर प्रेशर पे कोई मटेरियल अपना नेचर कैसे चेंज करता है, तो वो लेंथेनम टेलोराइड पे रिसर्च पेपर अपना प्रेजेंट करेंगे, जो कि वहाँ पर एक्सेप्ट हुआ है। हम लोगों ने उनकी तैयारी कराना स्टार्ट कर दिए हैं और 1 अक्टूबर से लेकर के 9 अक्टूबर तक वहाँ पर उनका ये सारा कुछ वर्कशॉप है, प्रेजेंटेशन है, वहाँ पर ये रिसर्च पेपर प्रेजेंट करेंगे। तो मेरा शुरू से ऐसा मोटिवेशन रहा है कि बच्चों को हम जस्ट एक एकेडमिक लेवल पे जो सिलेबस में है उसी चीज़ को नहीं फोकस करें, कुछ हट के भी कुछ उनको प्रोवाइड करें, जिससे कि उनका कुछ एक्स्ट्रा ऑर्डिनरी उस डिग्री के अलावा भी कुछ मिले। ये मैं मोटिवेट हुआ अपने सेक्रेटरी सर से, जो कि बोले कि स्टूडेंट को रिसर्च टेम्परामेंट आप लोग डेवलप कीजिए, और ज़रूरी नहीं है कि रिसर्च टेम्परामेंट हम केवल पोस्ट ग्रेजुएशन में और पीएचडी लेवल पे हम कर सकते हैं। इन सारी चीज़ों को ग्रेजुएशन लेवल पे कर सकते हैं, और उस चीज़ को मैंने इनिशिएट किया। और 1 साल में आपके सामने ये एग्ज़ाम्पल है निखिल कुमार, जो कि रिसर्च पेपर प्रेजेंट करने जा रहे हैं। तो इस इवेंट में ये हमारे लिए बहुत ही बड़ी उपलब्धि है, एक अचीवमेंट है कि पूरे इंडिया से मिस्टर निखिल कुमार और एक उड़ीसा से प्रोफेसर सेलेक्ट हुए इस इवेंट में, जो कि हमारे लिए बहुत ही बड़ी अचीवमेंट है और बहुत बड़ा रिवार्ड है कि ये सेलेक्ट हुए। कंपटीशन ही बहुत इसमें टफ था कि सिलेक्शन प्रोसेस, और वो भी एक ग्रेजुएट स्टूडेंट, ये बहुत बड़ी बात है। इस चीज़ को रिप्रेजेंट होता है कि हमारे कॉलेज में क्या कुछ हम क्वालिटी एजुकेशन प्रोवाइड कर रहे हैं, जिसका ये आउटपुट हमें मिल रहा है। ये चीज़ें हमें आगे भी मोटिवेट करेगा। ये एक एग्ज़ाम्पल हम लोगों ने तैयार कर रखा है कि आगे भी स्टूडेंट्स इन सारी चीज़ों में पार्टिसिपेट करेंगे। केवल हमें कोर्स जो बीएससी का सिलेबस है उसी पे फोकस नहीं रहना है, और भी चीज़ों पे अगर हम फोकस करें, रिसर्च ओरिएंटेड रहे, तो हम जो अपॉर्चुनिटी गेन करना चाहते हैं फ्यूचर में उसको हम गेन कर सकते हैं। ठीक है। सो मिस्टर निखिल बहुत ही मतलब जो फाइनेंशियल कंडीशन कहें तो उसका फाइनेंशियल कंडीशंस सही ना रहते हुए भी अपनी पढ़ाई में बहुत ही अच्छा रहे। इनके फादर साहब प्लम्बर हैं, उन्होंने बहुत ही मतलब डेडिकेटली पढ़ाई में कोई भी कमी पेशी नहीं रखी है और उन्होंने इनको पढ़ा रहे हैं। और निखिल भी इन सारे चीज़ों से मतलब उभर के डेडिकेटली, अगर असाइनमेंट इनको दिया जा रहा है तो मतलब उसी डे में ही उसी टाइम ये कंप्लीट करने के लिए एग्री रहते हैं। तो मैं बाकी स्टूडेंट्स में भी मतलब ये इन्फॉर्मेशन पहुंचाना चाहूँगा कि मतलब हम केवल एक चीज़ पे फोकस ना रहें, हम मल्टी डायमेंशनल हो, है ना, कुछ हमें हट करके, और ख़ास करके स्टूडेंट को भी नहीं, इवन मतलब मेरा मानना है कि हम कुछ हट करके सोचें, है ना। अगर हम अपने आप में कुछ चेंज करेंगे तभी हमारे स्टूडेंट्स में वो चेंजेस आ सकता है। तो इसी मेंटलिटी से अगर हम कुछ करें तो स्टूडेंट्स एज वेल एज हम भी सक्सेस हो सकते हैं, क्योंकि हमारा सक्सेस तभी होता है जब हमारा स्टूडेंट को ही सक्सेस होता है।
SD ਕਾਲਜ ਦਾ ਇੱਕ ਵੱਖਰਾ ਨਾਂ ਹੈ ਔਰ ਹੁਣ ਇਸ ਪਰਿਵਾਰ ਦੇ ਜੋ ਇੱਕ ਨਵਾਂ ਨਾਂ ਦੇ ਨਾਲ ਇੱਕ ਨਵੀਂ ਪ੍ਰਾਪਤੀ ਜੁੜੀ ਹੈ, ਜਿਹੜੀ ਮੈਂ ਸਮਝਦਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਿੱਖਿਆ ਦੇ ਖੇਤਰ ਵਿੱਚ। ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿਰਫ 2 ਕੈਂਡੀਡੇਟ, ਇੱਕ ਪ੍ਰੋਫੈਸਰ ਤੇ ਵਿਦਿਆਰਥੀਆਂ ਵਿੱਚੋਂ ਨਿਖਿਲ ਕੁਮਾਰ ਜੋ ਸਾਡੇ ਕਾਲਜ ਦੀ BSc ਫਾਈਨਲ ਦਾ ਵਿਦਿਆਰਥੀ ਹੈ, ਉਸ ਦੀ ਚੋਣ ਹੋਈ ਹੈ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਆਪਣਾ ਰਿਸਰਚ ਪੇਪਰ ਪੜ੍ਹਨ ਲਈ। BSc ਫਾਈਨਲ ਦਾ ਵਿਦਿਆਰਥੀ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਆਪਣਾ ਰਿਸਰਚ ਪੇਪਰ ਪੜ੍ਹਨ ਲਈ ਜਾ ਰਿਹਾ ਹੈ, ਜਿਸ ਦੇ ਲਈ ਉਸ ਦੀ ਬਾਕਾਇਦਾ ਸਿਲੈਕਸ਼ਨ ਹੋਈ ਹੈ ਔਰ ਜਿਹੜਾ ਕਿ ਇੱਕ ਬਹੁਤ ਹੀ ਟਫ ਕੰਪੀਟੀਸ਼ਨ ਸੀ, ਬਹੁਤ ਹੀ ਟਫ ਪ੍ਰੋਸੈਸ ਵਿੱਚ ਦੀ ਲੰਘ ਕੇ ਉਸ ਬੱਚੇ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਔਰ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ, ਉਹ ਗਰੀਬ ਪਰਿਵਾਰ ਦੇ ਵਿੱਚ ਹੋਣ ਦੇ ਬਾਵਜੂਦ ਉਸ ਨੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਦੇ ਵਿੱਚ ਅਸੀਂ ਜਿੰਨਾ ਵੀ ਯੋਗਦਾਨ ਕਰ ਸਕਦੇ ਹਾਂ, ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ SD ਕਾਲਜ ਪਰਿਵਾਰ ਦੀ ਕਿ ਅਸੀਂ ਕਿਸੇ ਗਰੀਬ ਬੱਚੇ ਨੂੰ ਪੜ੍ਹਾਈ ਵੱਲੋਂ ਵਾਂਝਾ ਨਹੀਂ ਰਹਿਣ ਦਿੰਦੇ। ਜਿਹੜਾ ਬੱਚਾ ਸਾਡੇ ਨੋਟਿਸ 'ਚ ਆਉਂਦਾ ਹੈ ਕਿ ਕੋਈ ਗਰੀਬੀ ਦੀ ਵਜ੍ਹਾ ਕਰਕੇ, ਕੋਈ ਪੈਸੇ ਦੀ ਵਜ੍ਹਾ ਕਰਕੇ ਆਪਣੀ ਪੜ੍ਹਾਈ ਛੱਡ ਰਿਹਾ, ਅਸੀਂ ਉਹਨੂੰ ਕਿਸੇ ਵੀ ਕੀਮਤ 'ਤੇ ਪੜ੍ਹਾਈ ਨਹੀਂ ਛੱਡਣ ਦਿੰਦੇ, ਪੈਸੇ ਦੀ ਉਸ ਨੂੰ ਕਮੀ ਨਹੀਂ ਆਉਣ ਦਿੰਦੇ। ਇਸੇ ਤਰ੍ਹਾਂ ਇਹ ਬੱਚਾ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ, ਕਿਉਂਕਿ ਟਿਕਟ ਦਾ ਖਰਚਾ ਇਸ ਬੱਚੇ ਨੇ ਖੁਦ ਬੀਅਰ ਕਰਨਾ ਹੈ, ਲੇਕਿਨ ਉਹਦੇ ਘਰੇਲੂ ਹਾਲਾਤ ਐਸੇ ਨੇ ਕਿ ਉਹ ਖਰਚਾ ਬੀਅਰ ਨਹੀਂ ਕਰ ਸਕਦਾ, ਖਰਚਾ ਨਹੀਂ ਦੇ ਸਕਦਾ। ਇਸ ਲਈ ਕਾਲਜ ਨੇ ਆਪਣੇ ਪੱਧਰ 'ਤੇ ਉਸ ਦੀ ਮਾਇਕ ਸਹਾਇਤਾ ਕੀਤੀ ਹੈ ਔਰ ਸਾਡੇ ਲਈ ਇਸ ਪਰਿਵਾਰ ਦੇ ਹੀ ਨੇ ਉਹ ਵੀ ਪ੍ਰੋਫੈਸਰ, ਸਾਡੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੇ ਵੀ ਆਪਣਾ ਬੜਮੁੱਲਾ ਯੋਗਦਾਨ ਉਸ ਬੱਚੇ ਦੀ ਮਦਦ ਕਰਨ ਲਈ ਪਾਇਆ। ਉਸ ਬੱਚੇ ਦਾ ਕੋਈ ਖਰਚਾ ਅਸੀਂ ਨਹੀਂ ਹੋਣ ਦਿੱਤਾ। ਅਸੀਂ ਪਹਿਲਾਂ ਹੀ ਜ਼ਿੰਮੇਵਾਰੀ ਲਈ ਹੈ, ਉਸ ਦੇ ਟਿਕਟ ਦੀ, ਆਉਣ ਜਾਣ ਦਾ ਟਿਕਟ ਦੀ ਜ਼ਿੰਮੇਵਾਰੀ ਅਸੀਂ ਲਈ ਹੈ, ਪ੍ਰੋਫੈਸਰ ਸਾਹਿਬਾਨ ਨੇ ਲਈ ਹੈ।